इस वक्त की वड्डी ਅਤੇ ब्रेकिंग न्यूज़ वाल्मीकि तीरथ की बेअदबी ਨੂੰ ਲੈ ਕੇ ਡੀਸੀ ਆਫਿਸ ਅੰਮ੍ਰਿਤਸਰ ਤੋਂ ਆ ਰਹੀ ਹੈ। ਸੰਤ ਪ੍ਰਗਟ ਨਾਥ ਦੀ ਅਧਿਕਸ਼ਤਾ ਵਿੱਚ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਏਡੀਸੀ ਹਿਮਾਂਸ਼ੂ ਨੂੰ ਮਿਲੇ। ਅੱਧੇ ਘੰਟੇ ਦੀ ਮੀਟਿੰਗ ਦੇ ਵਿੱਚ ਵਾਲਮੀਕि तीरथ ਤੇ ਵਾਰ-ਵਾਰ ਹੋ ਰਹੀ ਬੇਅਦਬੀ ਨੂੰ ਲੈ ਕੇ ਗੱਲਬਾਤ ਕੀਤੀ ਗਈ। ਏਡੀਸੀ ਹਿਮਾਂਸ਼ੂ ਅਗਰਵਾਲ ਜੀ ਵੱਲੋਂ ਵਫਦ ਨੂੰ आश्वासन दिता गया कि उन्होंने दियां मुश्किलों को पहल के आधार पर हल किया जाएगा। संत प्रगट नाथ जी वालों कहा गया कि अगर साडा ये मसला हल नहीं किया जाएगा सानू मजबूरन पंजाब के गवर्नर को जाके यह मंग उठानी पएगी। प्रमुख हाजरी ओम प्रकाश नारिया, हैप्पी भील, संत मेघनाथ, शशि गिल, दर्शन पटाका, ज्ञाननाथ आश्रम तो राज सिंह वडाला आदि हाजिर रहे। सितारे चैनल की रिपोर्ट। तुहाडे वालों एक मैमोरेंडम दिता गया, उसदे बारे की कहना चाहते हो? ਅਸੀਂ ਤਾਂ ਇਹੀ ਗੱਲ ਕਹਿਣੇ ਹੈਗੇ ਆ ਕਿ ਡੀ ਸਾਹਿਬ ਨੂੰ ਕਿਹਾ ਕਿ ਜੀਐਮ ਸਾਹਿਬ ਤੇ ਜਿਹੜੇ ਉੱਥੋਂ ਦੇ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਪਵਿੱਤਰ ਸਥਾਨ ਦੇ ਕਾਰਜ ਹੈਗੇ ਆ ਉਸ ਸੱਜੇ ਢੰਗ ਨਾਲ ਚਾਲੂ ਹੋਣੇ ਚਾਹੀਦੇ ਆ ਔਰ ਜਿਹੜੀ ਉੱਥੋਂ ਦੀ ਪਵਿੱਤਰਤਾ ਹੈਗੀ ਉਹ ਬਹਾਲ ਹੋਣੀ ਚਾਹੀਦੀ ਹੈ। ਸਾਊਂਡ ਸਿਸਟਮ ਲੱਗਣਾ ਚਾਹੀਦਾ। ਉੱਥੇ ਡੇਲੀ ਭਗਵਾਨ ਵਾਲਮੀਕੀ ਜੀ ਮਹਾਰਾਜ ਦਾ ਕੀਰਤਨ ਹੋਵੇ, ਪ੍ਰਭੂ ਵਾਲਮੀਕੀ ਜੀ ਮਹਾਰਾਜ ਦੀ ਬਾਣੀ ਉਹਨਾਂ ਦੇ ਪਿਆਰਿਆਂ ਵੱਲੋਂ ਪੜ੍ਹੀ ਜਾਵੇ ਔਰ ਲਾਈਵ ਟੈਲੀਕਾਸਟ ਹੋਵੇ ਹੈਗਾ। ਉਹਦੇ ਵਾਸਤੇ ਅਸੀਂ ਬਾਈ ਜੀ ਗੁਰਦੀਪ ਬਾਈ ਜੀ ਨਾਲ ਡੀ ਸਾਹਿਬ ਨਾਲ ਗੱਲ ਵੀ ਕਰਾਈ ਸੀ ਬਾਈ ਜੀ ਦੀ ਔਰ ਬਾਈ ਜੀ ਨੇ ਕਿਹਾ ਸੀ ਦਾ ਵੀ ਜੋ ਡੀ ਸਾਹਿਬ ਕਹਿਣਗੇ ਮੈਂ ਉੱਥੇ ਫੁੱਲ ਟਾਈਮ ਇੱਥੇ 24 ਆਵਰ ਦਾ ਚੈਨਲ ਚਾਲੂ ਕਰੂੰਗਾ ਇੱਥੇ। ਸਰ ਇੰਟਰਨੈਸ਼ਨਲ ਤੀਰਥ ਮੰਨਿਆ ਜਾਂਦਾ ਔਰ ਕਾਰਨ ਕੀ ਹੈ ਕਿ ਵਾਰ-ਵਾਰ ਅਲੱਗ-ਅਲੱਗ ਸੰਗਠਨਾਂ ਵੱਲੋਂ ਸ਼ਿਕਾਇਤ ਪੱਤਰ ਦਿੱਤੇ ਜਾਂਦੇ ਆ ਕਿ ਕੰਮ ਕਿਉਂ ਨਹੀਂ ਹੋ ਪਾ ਰਹੇ? ਜਿਹੜੇ ਲੋਕ ਸਾਨੂੰ ਬਰਦਾਸ਼ਤ ਨਹੀਂ ਕਰਦੇ ਜਨਰਲ ਕੈਟਾਗਰੀ ਦੇ ਪ੍ਰੋਬਲਮ ਇਹ ਹੈ ਨਾ ਸਾਡਾ ਤੀਰਥ ਬਰਦਾਸ਼ਤ ਕਰਦੇ ਨਾ ਸਾਨੂੰ ਬਰਦਾਸ਼ਤ ਕਰਦੇ ਆ ਔਰ ਸਾਨੂੰ ਬਾਰ-ਬਾਰ ਜਿਹੜਾ ਸਾਡੇ ਪ੍ਰਭੂ ਵਾਲਮੀਕੀ ਜੀ ਮਹਾਰਾਜ ਦੇ ਵੀ ਬੇਅਦਬੀ ਕਰਦੇ ਆ। ਐਕਚੁਅਲੀ ਉਹਦੇ ਕੁਝ ਕੰਮ ਕਰਨ ਵਾਸਤੇ ਜਿਹੜਾ ਸਾਡੇ ਸਮਾਜ ਦਾ ਕੰਮ ਹੈਗਾ ਉਹਨੂੰ ਕੰਮ ਕਰਨ ਵਾਸਤੇ ਜਿੱਦਾਂ ਆਪਾਂ ਕਹਿੰਦੇ ਵੀ ਆਪਣੇ ਆਪ ਦੀ ਜਿੱਦਾਂ ਹੇਠੀ ਸਮਝਦੇ ਕਿ ਅਸੀਂ ਕਿਹਨਾਂ ਦਾ ਕੰਮ ਕਰਦੇ ਪਏ ਆਪਣੇ ਆਪ ਨੂੰ ਸਮਝਦੇ ਹੈਗੇ ਕਿ ਅਸੀਂ ਕੰਮ ਕਿਹਨਾਂ ਦਾ ਕਰਦੇ ਜਿਹੜੇ ਸ਼ਡਿਊਲ ਕਾਸਟ ਹੈਗੇ ਜਿਹੜੇ ਚੌਥੇ ਪੌੜੇ ਵਾਲੇ ਉਹਨਾਂ ਦਾ ਕੰਮ ਕਰਨ ਲੱਗੇ ਹੋਏ ਆ। ਇਸ ਕਰਕੇ ਸਾਨੂੰ ਕਿਉਂਕਿ ਇਹਨਾਂ ਦੀ ਮਾਨਸਿਕਤਾ ਜਿਹੜੀ ਹਿੰਦੂ ਸਮਾਜ ਦੀ ਹੈ ਜਦੋਂ ਅੰਗਰੇਜ਼ ਇੱਥੋਂ ਜਾਣ ਲੱਗਾ ਹੈਗਾ ਤੇ ਉਹ ਆਪਣੀ ਮਾਂ ਨੂੰ ਕਹਿੰਦਾ ਕਿ ਆਪਾਂ ਦੇਸ਼ ਕਿਹਨਾਂ ਦੇ ਹੱਕ 'ਚ ਦੇ ਚੱਲੇ ਆ। ਉਹ ਕਹਿੰਦੇ ਵੀ ਇਹ ਜਿਹੜੇ ਇੱਥੇ ਦੇ ਲੋਕ ਵਾਸੂ ਹੈਗੇ ਆ ਜਿਹੜੇ ਆਹ ਅਮੀਰ ਘਰਾਣੇ ਦੇ ਲੋਕ ਇਹ ਤਾਂ ਬਦਮਾਸ਼ ਹੈਗੇ ਆ, ਚੋਰ ਹੈਗੇ ਭੈਣ ਦੇ ਯਾਰ, ਇਹਨਾਂ ਨੂੰ ਦੇਖ ਚੱਲੇ ਉਹੋ ਜਿਹੇ ਕਾਰਜ ਇਹ ਕਰਦੇ ਆ। ਸਰ ਜੀਐਮ ਨੂੰ ਬਾਰ-ਬਾਰ ਸਵਾਲ ਹੈ ਕਿ ਅਗਰ ਸ਼ਾਈਨ ਬੋਰਡ ਸਰਕਾਰ ਨੂੰ ਇਹ ਬਣਾ ਕੇ ਸ਼ਾਈਨ ਬੋਰਡ ਦੇਤਾ ਵਾ ਉਹਦੇ ਵਿੱਚ ਇਹ ਮਤਲਬ ਕਿ ਜ਼ਿੰਮੇਵਾਰੀ ਸਰਕਾਰ ਦੀ ਬਣਦੀ, ਇਹ ਸਰਕਾਰ ਕਿਉਂ ਨਹੀਂ ਚਾਹੁੰਦੀ ਇਹ ਕੰਮ ਕਰਨਾ? ਸਰਕਾਰ ਤਾਂ ਚਾਹੁੰਦੀ ਬਾਬਾ ਅੱਜ ਤੱਕ ਜਿਹੜਾ ਸੀਰੀ ਦਾ ਕੰਮ ਮਾਲਕ ਕਰੂਗਾ, ਇੱਕ ਸੀਰੀ ਹੋਵੇ ਜਿਹੜਾ ਘਰ ਕੰਮ ਕਰਨ ਵਾਲਾ ਹੋਵੇ, ਕੰਮ ਕਰਨਾ ਹੋਵੇ, ਉਹਦੇ ਮੰਦਰ ਦਾ ਕੰਮ ਹੋਵੇ, ਉਹਦੇ ਘਰ ਦਾ ਕੰਮ ਹੋਵੇਗਾ, ਮਾਲਕ ਕਰੂਗਾ। ਨਹੀਂ ਇਹਨਾਂ ਲੋਕਾਂ ਦੇ ਵਿੱਚ ਇਹ ਲੋਕ ਕੌਣ ਹੈਗੇ ਆ ਜਿਹੜੇ ਇਹ ਨਹੀਂ ਕੰਮ ਕਰਦੇ ਜਦਕਿ ਵੋਟ ਬਣ ਕੇ ਸਰਕਾਰ ਦਾ ਵੋਟ ਬਣਦਾ ਉੱਥੇ ਜਿਹੜੇ ਮੈਂ ਇਹ ਦੇਖਿਆ ਸਰੋਵਰ ਦੇ ਵਿੱਚ ਇੰਨੀ ਕਾਈ ਜੰਮੀ ਆ, ਅਮੀਰ ਲੋਕ ਅਮੀਰ ਘਰਾਣੇ ਦੇ ਲੋਕ ਹੈਗੇ ਸਰੋਵਰ ਦੇ ਵਿੱਚ ਇੰਨੀ ਕਾਈ ਜੰਮੀ ਆ ਮਹਾਰਾਜ ਜੀ। ਸੰਤ ਜੀ ਆਪਣੇ ਲੋਕ ਵੀ ਰਲੇ ਆ ਨਾ ਉਹਨਾਂ ਨਾਲ ਕਈ ਜਿਹੜਾ ਰਾਜਨੀਤੀ ਇੰਨੀ ਕਾਈ ਜੰਮੀ ਆ ਤੁਸੀਂ ਕਹਿ ਰਹੇ ਹੋ ਖਰਾਬ ਕਰ ਰਹੇ ਆ। ਇੱਕ ਹੁਣੇ ਸਾਥੀ ਮੇਰਾ ਕਹਿ ਰਿਹਾ ਸੀ ਉੱਥੇ ਨਾ ਬਾਲਟੀਆਂ ਲਵਾ ਕੇ ਇਸ਼ਨਾਨ ਦਾ ਪ੍ਰਬੰਧ ਕਰਨਾ ਚਾਹੀਦਾ। ਮੈਂ ਕਿਹਾ ਜੀ ਜਦ ਕਿ ਹਰਮੰਦਰ ਸਾਹਿਬ ਕੋਈ ਬਾਲਟੀ ਦਾ ਪ੍ਰਬੰਧ ਨਹੀਂ, ਦੁਰਗਿਆਨਾ ਮੰਦਿਰ ਕੋਈ ਬਾਲਟੀ ਦਾ ਪ੍ਰਬੰਧ ਨਹੀਂ, ਇੱਥੇ ਵੀ ਤਾਂ ਸਹੀ ਤਰੀਕੇ ਨਾਲ ਸਰੋਵਰ ਦਾ ਮਤਲਬ ਕਿ ਦੇਖ ਰੇਖ ਹੋਣੀ ਚਾਹੀਦੀ ਨਾ ਕਿ ਸ਼ਰਧਾਲੂ ਜਿਹੜੇ ਆ ਕੇ ਇਸ਼ਨਾਨ ਕਰਨ ਉਹਦੇ ਬਾਰੇ ਤੁਸੀਂ ਦੱਸੋ ਕੀ ਕਰਦੇ? ਇੱਕ ਬੱਸ ਲਾਈ ਹੈ ਮੈਂ ਸਮਾਨ ਵੀ 15-20 ਹਜ਼ਾਰ ਦਾ ਬੀਜੀਐਮ ਲੈ ਕੇ ਦਿੱਤਾ ਹੈਗਾ। ਫਿਰ ਉੱਥੇ ਅਸੀਂ ਲਾਈ ਸੀ ਬੱਸ ਲਾਈ ਹੈਗੀ ਆ ਵੀ ਇੱਥੇ ਸੰਗਤ ਸੇਵਾ ਕਰਨ ਵਾਸਤੇ ਆਵੇ। ਜਦੋਂ ਤੁਸੀਂ ਬੱਸ ਕਹੋਗੇ ਮੈਂ ਡੀ ਸਾਹਿਬ ਨੇ ਕੀ ਕਰਨਾ, ਡੀ ਸਾਹਿਬ ਨੇ ਇਹ ਕਰਨਾ, ਮੈਂ ਸੋਚੂਗਾ ਵਿਚਾਰੂਗਾ ਮੈਂ ਜਾਊਂਗਾ ਉੱਥੇ ਦੇਖੂੰਗਾ। ਅੱਗੇ ਵੀ ਇਹੀ ਕਹਿੰਦਾ ਕਿਹੜਾ ਉਹ ਨਵਾਂ ਕਹਿੰਦਾ ਜੋ ਪਹਿਲਾਂ ਕਹਿੰਦਾ ਉਹ ਹੁਣ ਕਹਿੰਦਾ ਵੀ ਇਹਨੇ ਸਾਡੀ ਕਿਹੜੀ ਸੁਣਨੀ ਹੈ। ਅਲੱਗ-ਅਲੱਗ ਸਮਾਜਿਕ ਧਾਰਮਿਕ ਜਥੇਬੰਦੀਆਂ ਤੁਹਾਨੂੰ ਇੱਕ ਮੈਮੋਰੰਡਮ ਦਿੱਤਾ ਗਿਆ, ਉਹਦੇ ਬਾਰੇ ਕਾਫੀ ਲੰਬੀ ਡਿਸਕਸ਼ਨ ਹੋਈ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਹਾਂਜੀ, ਪਾਵਨ ਵਾਲਮੀਕੀ ਤੀਰਥ ਸਥਲ ਤੋਂ ਸੰਤ ਸਮਾਜ ਇੱਕ ਸਾਨੂੰ ਮੰਗ ਪੱਤਰ ਦੇ ਕੇ ਗਿਆ ਜਿਹਦੇ ਵਿੱਚ 30 ਸਾਲ ਦੇ ਜਿਹੜੇ ਵਿਕਾਸ ਦੇ ਕੰਮ ਚੱਲਦੇ ਪਏ ਨੇ ਉਹਨਾਂ ਦੇ ਵਿੱਚ ਉਹ ਕਹਿ ਰਹੇ ਕਿ ਤੇਜ਼ੀ ਲਿਆਉਣ ਲਈ ਉਹਨਾਂ ਨੇ ਆਪਣਾ ਭੰਗ ਰੱਖੀ ਹੈ। ਇਸ ਸੰਬੰਧੀ ਸਾਡੀ ਜਿਹੜੇ ਜੀਐਮ ਸਾਹਿਬ ਹੈਗੇ ਉਹਨਾਂ ਨੂੰ ਵੀ ਹਦਾਇਤ ਮੈਂ ਪਹਿਲਾਂ ਹੀ ਜਾਰੀ ਕਰ ਦਿੱਤੀ ਸੀ ਕਿ ਜਿੰਨੇ ਵੀ ਸਰਕਾਰ ਵੱਲੋਂ ਉੱਥੇ ਵਿਕਾਸ ਦੇ ਕੰਮਾਂ ਲਈ ਹਾਮੀ ਕੀਤੀ ਹੋਈ ਹੈ ਉਹਨਾਂ ਨੂੰ ਤੁਰੰਤ ਜਿਹੜਾ ਉਹਨਾਂ ਦੀ ਟਾਈਮਲਾਈਨ ਹੈ ਉਹਦੇ ਮੁਤਾਬਕ ਪੂਰਾ ਕਰਵਾ ਲਿਆ ਜਾਵੇ। ਐਂਡ ਸਾਰੇ ਸੰਤ ਸਮਾਜ ਨੂੰ ਵੀ ਮੈਂ ਇਹੀ ਕਿਹਾ ਹੈਗਾ ਕਿ ਜੋ ਵੀ ਟਾਈਮਲਾਈਨ ਹੈ ਉੱਥੇ ਕੰਮਾਂ ਦੇ ਪੂਰਾ ਹੋਣ ਦੀ ਉਹਦੇ ਵਿੱਚ ਪੂਰੀ ਸਖਤੀ ਵਰਤੀ ਜਾਊਗੀ ਐਂਡ ਪੂਰੇ ਸਮੇਂ ਦੇ ਕੰਮ ਮੁਕੰਮਲ ਕਰਵਾ ਲਿਆ ਜਾਊਗਾ। ਸਰ ਕਾਰਨ ਕੀ ਹੈ ਇੰਟਰਨੈਸ਼ਨਲ ਤੀਰਥ ਮੰਨਿਆ ਜਾਂਦਾ ਔਰ ਜੀਐਮ ਵੀ ਉੱਥੇ ਆ ਔਰ ਬਾਵਜੂਦ ਵੀ ਇੰਨੀਆਂ ਸ਼ਿਕਾਇਤਾਂ ਕੰਮ ਕਿਉਂ ਨਹੀਂ ਹੋ ਪਾ ਰਿਹਾ? ਇਹਨਾਂ ਨੇ ਸ਼ਿਕਾਇਤ ਕੀਤੀ ਹੈ ਜਦੋਂ ਸਾਡੇ ਵੱਲੋਂ ਰਿਵਿਊ ਲਿਆ ਜਾਂਦਾ ਹੈਗਾ, ਡੀਸੀ ਸਾਹਿਬ ਵੱਲੋਂ ਰਿਵਿਊ ਲਿਆ ਜਾਂਦਾ ਹੈਗਾ, ਡੀਐਮ ਸਾਹਿਬ ਵੱਲੋਂ ਇਹੀ ਸਾਨੂੰ ਦੱਸਿਆ ਗਿਆ ਸੀ ਕੰਮ ਸਮੇਂ ਦੇ ਚੱਲਦੇ ਪਏ ਨੇ। ਹੁਣ ਜਦੋਂ ਇਹਨਾਂ ਤੋਂ ਸਾਨੂੰ ਸ਼ਿਕਾਇਤ ਪ੍ਰਾਪਤ ਹੋਈ ਹੈ ਕਿ ਦੁਬਾਰਾ ਜਾ ਕੇ ਤੇ ਮੌਕੇ 'ਤੇ ਵੀ ਜਾ ਕੇ ਚੈੱਕ ਕਰ ਲਿਆ ਜਾਊਗਾ ਕਿ ਬਈ ਜਿਹੜੇ ਕੰਮ ਸ਼ੁਰੂ ਕਰਵਾਏ ਗਏ ਸੀ ਪੰਜਾਬ ਸਰਕਾਰ ਵੱਲੋਂ
ਉਹ ਸਮੇਂ ਤੇ ਮੁਕੰਮਲ ਹੋਣ 'ਚ ਕੋਈ ਬਾਧਾ ਆ ਰਹੀ ਹੈ ਕਿ ਉਹ ਸਮੇਂ ਤੇ ਮੁਕੰਮਲ ਹੋ ਜਾਣਗੇ। ਸੋ ਇੱਕ ਅੱਜ ਜਿਹੜੀ ਗੱਲ ਇਹਨਾਂ ਨੇ ਸਾਡੇ ਧਿਆਨ 'ਚ ਲਾਈ ਹੈ ਉਹਦੇ ਬਾਰੇ ਸਾਰੀ ਪੜਤਾਲ ਕਰਵਾ ਕੇ ਫਿਰ ਉਹਨੂੰ ਸਾਰੇ ਜਿਹੜੇ ਪੰਜਾਬ ਸਰਕਾਰ ਦੇ ਟੀਚੇ ਉਹਨਾਂ ਨੂੰ ਪੂਰਾ ਕਰਾਇਆ ਜਾਵੇ। ਥੈਂਕ ਯੂ ਸਰ। ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਸੰਤ ਸਮਾਜ ਆਇਆ, ਬਾਬਾ ਪ੍ਰਗਟ ਨਾਥ ਜੀ ਦੀ ਅਗਵਾਈ ਦੇ ਵਿੱਚ ਮੰਗ ਪੱਤਰ ਦਿੱਤਾ ਗਿਆ। ਪੂਰੀ ਸਮਾਜ ਦੀਆਂ ਜਥੇਬੰਦੀਆਂ ਸਾਰੀਆਂ ਇੱਥੇ ਖੜੀਆਂ ਤੁਸੀਂ ਦੇਖ ਰਹੇ ਹੋ। ਪਰ ਗੱਲ ਹੈਗੀ ਆ ਕਿ ਇਹ ਮੈਨੂੰ ਲੱਗਦਾ ਹੈ ਸਾਡਾ ਔਖਾ ਸਮਾਂ ਉਦੋਂ ਹੀ ਸ਼ੁਰੂ ਹੋ ਗਿਆ ਜਦੋਂ ਸਰਕਾਰ ਚਲੀ ਗਈ ਤੇ ਦੂਜੀ ਸਰਕਾਰ ਆਈ। ਜਦੋਂ ਦੂਸਰੀ ਸਰਕਾਰ ਆਈ ਨਾ ਤੇ 4.5 ਸਾਲ ਹੋ ਗਏ ਤੇ 4.5 ਸਾਲਾਂ ਦੇ ਅੰਦਰ ਸਾਡੀ ਸ਼ੁਰੂਆਤ ਮੈਂ ਇਸ ਕਰਕੇ ਕਹਿਣਾ ਕਿ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਇਆ ਔਰ ਉਹਨੇ ਆ ਕੇ ਸਭ ਤੋਂ ਪਹਿਲਾਂ ਉੱਥੇ ਆਉਂਦਿਆਂ ਕੰਮ ਕੀ ਕੀਤਾ, ਬੇਅਦਬੀ ਕੀਤੀ। ਜਿਸ ਬੰਦੇ ਦੀ ਸ਼ੁਰੂਆਤ ਉੱਥੇ ਸਾਡੀ ਤੀਰਥ ਦੀ ਬੇਅਦਬੀ ਤੋਂ ਹੋਈ ਤੇ ਉਹ ਸਰਕਾਰ ਤੋਂ ਅਸੀਂ ਕੀ ਆਸ ਕਰ ਸਕਦੇ ਕਿ 4.5 ਸਾਲ ਤੱਕ ਉਹ ਸਾਡੇ ਤੀਰਥ ਬਾਰੇ ਸੋਚਦੇ। ਇਸ ਕਰਕੇ ਸ਼ਾਈਨ ਬੋਰਡ ਜਿਹੜਾ ਹੈ ਸਿਰਫ ਨਾਮ ਦਾ ਬੋਰਡ ਹੈ। ਅਸੀਂ ਬਿਲਕੁਲ ਸਹਿਮਤ ਹਾਂ। ਅੱਜ ਡੀਸੀ ਸਾਹਿਬ ਦੇ ਅੱਗੇ ਇੱਕ ਮੰਗ ਪੱਤਰ ਦੇ ਨਾਲ ਇਹ ਵੀ ਗੱਲ ਕਹੀ ਆ ਕਿ ਵਾਲਮੀਕੀ ਸਮਾਜ ਦੇ ਸੰਤਾਂ ਦੀ ਇੱਕ ਕਮੇਟੀ ਬਣਨੀ ਚਾਹੀਦੀ ਜਿਹਦਾ ਸਿੱਧਾ ਤਾਲਮੇਲ ਜਿਹੜਾ ਸਰਕਾਰ ਦੇ ਜਿਹੜੇ ਪ੍ਰਸ਼ਾਸਨ ਅਧਿਕਾਰੀ ਉਹਨਾਂ ਨਾਲ ਹੋਣਾ ਚਾਹੀਦਾ ਆ। ਅਸੀਂ ਤੁਹਾਨੂੰ ਕਹਿੰਦੇ ਆ ਔਰ ਇੱਕ ਵਿਸ਼ਵਾਸ ਨਾਲ ਕਹਿੰਦੇ ਆ, ਤੁਸੀਂ ਸਾਡੇ ਸੰਤ ਸਮਾਜ ਨੂੰ ਤੀਰਥ ਦੇ ਦਿਓ। ਮੈਂ ਗਰੰਟੀ ਨਾਲ ਕਹਿੰਦਾ ਜੇ ਸੋਨੇ ਵਰਗਾ ਤੀਰਥ ਨਾ ਬਣ ਜੂ ਤੇ ਫਿਰ ਤੁਸੀਂ ਕਿਉਂ ਜੀ ਇੱਕ ਵਾਰੀ ਪ੍ਰਬੰਧ ਜਿਹੜਾ ਵਾਲਮੀਕੀ ਸਮਾਜ ਨੂੰ ਸਰ ਜੀਐਮ ਬਾਰੇ ਵਾਰ-ਵਾਰ ਗੱਲ ਉੱਠਦੀ ਹੈ। ਦੇਖੋ ਜੀ, ਜੀਐਮ ਜਿਹੜੇ ਨੇ ਮੈਨੂੰ ਇਹ ਲੱਗਦਾ ਬਿਲਕੁਲ ਸਹੀ ਗੱਲ ਹੈ, ਉਹ ਸ਼ਰਧਾਵਾਨ ਨਹੀਂ ਹੈਗੇ ਪ੍ਰਮਾਤਮਾ ਦੇ। ਕਿਉਂਕਿ ਜੇ ਸ਼ਰਧਾਵਾਨ ਹੋਣ ਤਾਂ ਘੱਟੋ ਘੱਟ ਪ੍ਰਮਾਤਮਾ ਦੀ ਸ਼ਕਤੀਆਂ ਬਾਰੇ ਔਰ ਪ੍ਰਮਾਤਮਾ ਬਾਰੇ ਉਹਨਾਂ ਨੂੰ ਡਰ ਪੈਦਾ ਹੋਵੇ ਕਿ ਮੇਰੇ ਵਰਗਾ ਬੰਦਾ ਇਹਨਾਂ ਪਾਪ ਦਾ ਕੰਮ ਕਰ ਰਿਹਾ। ਉੱਥੇ ਲਗਾਤਾਰ ਜੋ ਹਾਲਾਤ ਹੈ, ਉੱਥੇ ਸਫਾਈ ਦੀ ਵਿਵਸਥਾ ਨਹੀਂ ਹੈ, ਪਾਣੀ ਸਵੱਛ ਨਹੀਂ ਉੱਥੇ ਮਿਲ ਰਿਹਾ, ਲੰਗਰ ਦਾ ਉੱਥੇ ਬੁਰਾ ਹਾਲ ਹੈ। ਜਿਹੜੇ ਉੱਤੇ ਕੀਰਤਨ ਹੁੰਦਾ ਹੈ ਉਹ ਸਾਡੇ ਸਪੀਕਰ ਸਾਰੇ ਉੱਥੇ ਬੰਦ ਪਏ ਨੇ। ਇੱਥੋਂ ਤੱਕ ਕਿ ਵਾਟਰ ਟ੍ਰੀਟਮੈਂਟ ਦਾ ਜਿਹੜਾ ਪਲਾਟ ਲੱਗਣਾ ਸੀ, ਜਿਸ ਨਾਮ ਤੇ ਲੱਗਣਾ ਸੀ, ਜਿਸ ਤੀਰਥ ਤੇ ਲੱਗਣਾ ਸੀ, ਉੱਥੋਂ ਦਾ ਸੰਤ ਉਹਨਾਂ ਦੇ ਨਾਲ ਨਹੀਂ ਖੜਾ। ਇੱਥੋਂ ਤੁਸੀਂ ਆਈਡੀਆ ਲਾ ਲਓ ਉਹਨਾਂ ਨੂੰ ਪਰਮਾਤਮਾ 'ਤੇ ਕੀ ਸ਼ਰਧਾ ਤੇ ਕੀ ਆਸਥਾ ਆ, ਕਿਸੇ ਤਰ੍ਹਾਂ ਦੀ ਕੋਈ ਆਸਥਾ ਨਹੀਂ ਹੈ। ਇਸ ਕਰਕੇ ਰੋਸ ਹੈ ਜਿਹੜਾ ਸੰਤ ਰੂਪ ਦੇ ਵਿੱਚ ਇੱਥੇ ਨਜ਼ਰ ਆਇਆ। भगवान वाल्मीकि महाराज की जय। श्री श्री 108 सतगुरु ज्ञाननाथ महाराज की जय। प्रथम आदि धर्म गुरु ऋषिनाथ रत्नाकर जी महाराज की जय। जिस तरह कि तुसीं देखा है कई बारी ਅੰਮ੍ਰਿਤਸਰ ਦੀ ਵੱਖ-ਵੱਖ ਸੰਗਠਨਾਂ ਵੱਲੋਂ ਬਾਰ-ਬਾਰ ਮੰਗ ਪੱਤਰ ਦਿੱਤਾ ਗਿਆ ਤੇ ਭਾਰਤੀ ਵਾਲਮੀਕੀ ਆਦਿ ਧਰਮ ਸਮਾਜ ਵੱਲੋਂ ਵੀ ਕਈ ਵਾਰੀ ਮੰਗ ਪੱਤਰ ਦਿੱਤਾ ਗਿਆ ਕਿ ਪਾਵਨ ਵਾਲਮੀਕੀ ਤੀਰਥ ਜਿਹੜੀ ਦੇਖ ਰੇਖ ਆ ਉਹਨੂੰ ਸੁਚਾਰੂ ਢੰਗ ਨਾਲ ਕੀਤੀ ਜਾਵੇ। ਅੱਜ ਪਾਵਨ ਵਾਲਮੀਕੀ ਤੀਰਥ ਦੇਖ ਰੇਖ ਨੂੰ ਲੈ ਕੇ ਸਾਡੇ ਸੰਤ ਸਮਾਜ ਜਿਹੜੇ ਮੁਖੀਆਂ ਨੇ ਬਾਬਾ ਪ੍ਰਗਟ ਨਾਥ ਜੀ ਜੋ ਕਿ ਉਚੇਚੇ ਤੌਰ ਤੇ ਸੰਤ ਸਮਾਜ ਦੇ ਨਾਲ ਮਾਨਯੋਗ ਡੀਸੀ ਸਾਹਿਬ ਅੰਮ੍ਰਿਤਸਰ ਨੂੰ ਮਿਲਣ ਆਏ ਨੇ, ਉਹਨਾਂ ਨੇ ਸਿੱਧੇ ਤੌਰ ਤੇ ਇੱਕ ਗੱਲ ਕਹਿਤੀ, ਜੇਕਰ ਸਰਕਾਰ ਉਹਦਾ ਪ੍ਰਬੰਧ ਦੇਖ ਰੇਖ ਨਹੀਂ ਠੀਕ ਕਰ ਸਕਦੀ ਤੇ ਉਹਦਾ ਜਿਹੜਾ ਸਾਰਾ ਜ਼ਿੰਮਾ ਹੈ ਜਿਹੜਾ ਬਾਬਾ ਪ੍ਰਗਟ ਨਾਥ ਜੀ ਦੇ ਹਵਾਲੇ ਕੀਤਾ ਜਾਵੇ ਅਤੇ ਬਹੁਤ ਤੋਂ ਬਾਅਦ ਇੱਕ ਸਾਲ ਬਾਅਦ ਦਿਖਾਵਾਂਗੇ ਕਿ ਪਾਵਨ ਵਾਲਮੀਕੀ ਤੀਰਥ ਕਿਸ ਤਰ੍ਹਾਂ ਚੱਲਦਾ। ਇਸ ਕਰਕੇ ਸਾਡੀ ਪ੍ਰਸ਼ਾਸਨ ਅੱਗੇ ਮੰਗ ਹੈ, ਜੇ ਪ੍ਰਸ਼ਾਸਨ ਨਹੀਂ ਇਹਨੂੰ ਚਲਾ ਸਕਦਾ ਤਾਂ ਬਾਬਾ ਪ੍ਰਗਟ ਨਾਥ ਜੀ ਦੇ ਹਵਾਲੇ ਕਰ ਦਿੱਤਾ ਜਾਏ। ਇੰਨਾ ਕਹਿੰਦਾ ਜੈ ਵਾਲਮੀਕੀ। ਅੱਜ ਸਰ ਡੀ ਸਾਹਿਬ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ ਤੁਹਾਡੇ ਵੱਲੋਂ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਪਹਿਲੇ ਤਾਂ ਮੈਂ ਤੁਹਾਡਾ ਮੇਜਰ ਜੀ ਬਹੁਤ ਧੰਨਵਾਦ ਕਰਦਾ ਵਾਂ ਸਿਤਾਰੇ ਟੀਵੀ ਦਾ ਕਿ ਜਿਹੜਾ ਸਮਾਜ ਦੀਆਂ ਹਰ ਜਿਹੜੀਆਂ ਵਾ ਖਬਰਾਂ ਨੂੰ ਪ੍ਰਕਾਸ਼ਿਤ ਕਰਦਾ ਆ ਤੇ ਦਿਖਾਉਂਦਾ ਵਾ। ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਵਾ। ਮਾਨਯੋਗ ਸਾਡੇ ਸੰਤ ਸਮਾਜ ਦੇ ਮੁਖੀ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਪ੍ਰਗਟ ਨਾਥ ਜੀ ਮਹਾਰਾਜ, ਉਹਨਾਂ ਦੀ ਰਹਿਨੁਮਾਈ ਦੇ ਵਿੱਚ ਅੱਜ ਇਹ ਵਾਲਮੀਕੀ ਤੀਰਥ ਤੇ ਜਿਹੜੀਆਂ ਬੇਨਿਯਮੀਆਂ ਹੋ ਰਹੀਆਂ ਨੇ ਪ੍ਰਸ਼ਾਸਨ ਵੱਲੋਂ, ਸਰਕਾਰ ਵੱਲੋਂ, ਉਸ ਦੇ ਸਬੰਧ ਦੇ ਵਿੱਚ ਪੂਰਾ ਵਾਲਮੀਕੀ ਸਮਾਜ ਤੇ ਸੰਤ ਸਮਾਜ ਇਕੱਠਾ ਹੋ ਕੇ ਉਹਨਾਂ ਨੇ ਅੱਜ ਮੰਗ ਪੱਤਰ ਦਿੱਤਾ ਹੈ। ਬਹੁਤ ਸਾਰੀਆਂ ਮੰਗਾਂ ਜਿਹੜੀਆਂ ਵਾ ਉਹ ਦਿੱਤੀਆਂ ਗਈਆਂ ਨੇ। ਅਗਰ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਸਾਡੀਆਂ ਇਹਨਾਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅੰਮ੍ਰਿਤਸਰ ਨੂੰ ਬੰਦ ਕਰਾਂਗੇ। ਠੀਕ ਹੈ ਸਰ, ਬੜੀ ਲੰਬੀ ਡਿਸਕਸ਼ਨ ਚੱਲੀ ਡੀ ਸਾਹਿਬ ਨਾਲ, ਕਿਹੜੇ ਮੁੱਦੇ ਸੀ ਅਸਲ ਵਿੱਚ? ਮੁੱਦੇ ਹੀ ਦੇਖੋ, ਇੱਕ ਤੇ ਪਾਵਨ ਵਾਲਮੀਕੀ ਤੀਰਥ ਦੇ ਵਿੱਚ ਜਿਹੜੇ ਆ ਬਿਜਲੀ ਦਾ ਨਾ ਪ੍ਰਬੰਧ ਹੋਣਾ, ਸਾਊਂਡ ਸਿਸਟਮ ਨਾਲ ਲੱਗਣਾ। ਦੇਖੋ ਅਦਾਸ ਵੱਲੋਂ ਹਰ ਐਤਵਾਰ ਨੂੰ ਸਾਡੀ ਜਿਹੜੀ ਪਾਵਨ ਵਾਲਮੀਕੀ ਤੀਰਥ ਸਤਸੰਗ ਕਮੇਟੀ ਬਣੀ ਆ ਉਹਦੇ ਵਿੱਚ ਸਤਸੰਗ ਕੀਤਾ ਜਾਂਦਾ ਹੈ ਔਰ ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਜਾਂਦਾ, ਪਰ ਅਸੀਂ ਆਪਣੇ ਕੋਲੋਂ ਹੀ ਉਹ ਜਿਹੜਾ ਸਾਊਂਡ ਸਿਸਟਮ ਅੰਦਰ ਲਗਵਾ ਕੇ ਸਤਸੰਗ ਕਰਦੇ ਆ ਤੇ ਉਸ ਲਈ ਉਹ ਸਾਊਂਡ ਸਿਸਟਮ ਵੀ ਹੋਣਾ ਜ਼ਰੂਰੀ ਆ। ਫਿਰ ਪਰਮਾਤਮਾ ਵਾਲਮੀਕੀ ਜੀ ਮਹਾਰਾਜ ਜੀ ਦੀ ਮੂਰਤੀ ਜਿਹੜੀ ਕਾਲੀ ਪੈ ਗਈ ਆ ਉਹਦੇ ਤੇ ਕੋਟਿੰਗ ਹੋਣੀ ਜ਼ਰੂਰੀ ਆ। ਲੰਗਰ ਦੀ ਵਿਵਸਥਾ ਜਿਹੜੀ ਆ ਉਹ ਬਹੁਤ ਖਰਾਬ ਆ। ਦੇਖੋ ਲੰਗਰ ਅਸੀਂ ਇਕੱਠਾ ਕਰਕੇ ਦਿੰਨੇ ਆ, ਪਰ ਉਹ ਪਹਿਲੇ ਸਾਡਾ ਸਮਾਜ ਅਸੀਂ ਖੁਦ ਚਲਾਉਂਦੇ ਸੀ, ਹੁਣ ਉਹ ਜੀਐਮ ਨੇ ਆਪਣੇ ਹੱਥ 'ਚ ਲੈ ਲਿਆ। ਉਹ ਵੀ ਅਸੀਂ ਮੰਗ ਕਰਦੇ ਹਾਂ ਵੀ ਜਿਹੜੀ ਉਹ ਲੰਗਰ ਦੀ ਵਿਵਸਥਾ ਉਹ ਸਾਡਾ ਸਮਾਜ ਖੁਦ ਕਰੇਗਾ। ਡੀ ਸਾਹਿਬ ਲੋਕ ਐਸੋਸੀਏਸ਼ਨ ਤੱਕ ਡੀਸੀ ਸਾਹਿਬ ਨੇ ਸਾਨੂੰ 2 ਦਿਨ ਦਾ ਸਮੇਂ ਦਿੱਤਾ ਵਾ। ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਵਾ ਜੀਐਮ ਨੂੰ ਬੁਲਾ ਕੇ ਕੋਰਟ ਤੋਂ ਸਾਰੀ ਰਿਪੋਰਟ ਲਵਾਂਗੇ। ਅਗਰ 2 ਦਿਨਾਂ ਤੋਂ ਬਾਅਦ ਡੀ ਸਾਹਿਬ ਸਾਡੀ ਗੱਲ ਨਹੀਂ ਸੁਣਦੇ ਤੇ ਫਿਰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਅੰਮ੍ਰਿਤਸਰ ਨੂੰ ਬੰਦ ਕਰਾਂਗੇ। ਠੀਕ ਹੈ।
ਹਾਂਜੀ ਸਰ, ਡੀ ਸਾਹਿਬ ਨੇ ਇੱਕ ਮਾਮਲਾ ਦਿੱਤਾ ਗਾ ਤੁਹਾਡੇ ਵੱਲੋਂ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਜੈ ਵਾਲਮੀਕੀ ਜੀ ਸਮੁੱਚੀ ਸਾਧ ਸੰਗਤ ਨੂੰ। ਮੈਂ ਰਾਜ ਸਿੰਘ ਕੋਟਲਾ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਗੁਰੂ ਗਿਆਨਨਾਥ ਵਾਲਮੀਕ ਧਰਮ ਸਮਾਜ ਜਥੇਬੰਦੀ। ਸੋ ਸਾਡੇ ਕੌਮੀ ਚੇਅਰਮੈਨ ਬਾਬਾ ਨਛੱਤਰਨਾਥ ਸ਼ੇਰਗਿੱਲ ਜੀ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜੇ ਸੰਤ ਸਮਾਜ ਵੱਲੋਂ, ਸਮੁੱਚੇ ਸੰਤ ਸਮਾਜ ਵੱਲੋਂ ਜਿਹੜਾ ਵਾਲਮੀਕ ਤੀਰਥ ਤੇ ਜਿਹੜੇ ਕੋਈ ਪੈਂਡਿੰਗ ਕੰਮ, ਸੋ ਹੋਰ ਵੀ ਜਿਹੜੇ ਮਸਲੇ ਸੀ ਉਹਨਾਂ ਦੇ ਸੰਬੰਧ 'ਚ ਇੱਕ ਮੰਗ ਪੱਤਰ ਦਿੱਤਾ ਗਿਆ ਆ। ਸੋ ਅੱਜ ਆਪਾਂ ਇਹ ਜਿਹੜਾ ਮੰਗ ਪੱਤਰ ਆ, ਇਹ ਸੰਤ ਸਮਾਜ ਦੀ ਰਹਿਨੁਮਾਈ ਦੇ ਹੇਠ ਜਿਹੜਾ ਇਹ ਮੰਗ ਪੱਤਰ ਅੱਜ ਦਿੱਤਾ ਗਿਆ ਆ। ਸੋ ਅਸੀਂ ਸਰਕਾਰਾਂ ਤੋਂ ਇਹ ਮੰਗ ਕੀਤੀ ਆ ਅੱਜ ਕਿ ਜਿਹੜੇ ਮੁੱਖ ਮੁੱਦੇ ਕਿਹੜੇ ਸੀ? ਇਹ ਮੁੱਦੇ ਇਹਦੇ ਵਿੱਚ ਜੀ ਇੱਥੇ ਇੱਕ ਜਿਹੜੇ ਪੈਂਡਿੰਗ ਕੰਮ ਪਏ ਨੇ ਵਾਲਮੀਕ ਤੀਰਥ ਤੇ, ਇੱਕ ਪਾਰਕ ਦਾ ਕੰਮ ਆ ਉਹ ਅੱਜ ਤੱਕ ਨਹੀਂ ਉੱਥੇ ਚਲਾਈ ਗਈ। ਸੋ ਹੋਰ ਸਾਫ਼ ਸਫਾਈ ਦਾ ਜਿਹੜਾ ਕੰਮ ਆ ਉਹ ਵੀ ਆ, ਇਲੈਕਟ੍ਰੀਸ਼ੀਅਨ ਦੇ ਕੰਮ ਨੇ ਜਿਹੜੇ ਪੈਂਡਿੰਗ ਪਏ ਨੇ। ਸਾਊਂਡ ਸਿਸਟਮ ਜਿਹੜਾ ਇਸ ਟਾਈਮ ਜਿਹੜਾ ਵਾਲਮੀਕ ਤੀਰਥ ਦੇ ਅੰਦਰ ਲੱਗਾ ਆ ਉਹ ਵੀ ਜਿਹੜਾ ਸੜਿਆ ਪਿਆ ਹੈ, ਉਹਦੇ ਬਾਰੇ ਵੀ ਇਹਨਾਂ ਨੇ ਦੱਸਿਆ ਨਹੀਂ ਕਿਸੇ ਨੂੰ। ਤੇ ਹੁਣ ਜਿਹੜੇ ਪਤਾ ਲੱਗਾ ਉਹ ਵੀ ਜਿਹੜੀ ਗੁਰਬਾਣੀ ਚੱਲਦੀ ਹੈ ਅੰਦਰ, ਮਹਾਰਾਜ ਜੀ ਦੇ ਪ੍ਰਕਾਸ਼ ਹੁੰਦਾ ਜਦੋਂ, ਉਹ ਵੀ ਬੰਦ ਪਈ ਹੈ ਸਾਰੀ। ਤੁਹਾਡੀ ਅਸਲ ਮੰਗ ਕੀ ਹੈ ਜੀ? ਸਾਡੀ ਇਹੀ ਮੰਗ ਹੈ ਜੀ, ਜਿਹੜੇ ਸੰਤ ਸਮਾਜ ਨੇ ਅੱਜ, ਸਮੁੱਚੇ ਸੰਤ ਸਮਾਜ ਔਰ ਸਮੁੱਚੀਆਂ ਜਥੇਬੰਦੀਆਂ ਜਿਹੜੀਆਂ ਅੱਜ ਇੱਥੇ ਸਾਰੀਆਂ ਪਹੁੰਚੀਆਂ ਨੇ, ਸੋ ਉਹਨਾਂ ਨੇ ਮੰਗ ਕੀਤੀ ਹੈ ਕਿ ਇੱਥੋਂ ਦਾ ਜਿਹੜਾ ਜਿੰਨਾ ਵੀ ਪੈਂਡਿੰਗ ਕੰਮ ਪਏ ਆ, ਜਿਨ੍ਹਾਂ ਨੂੰ ਇਗਨੋਰ ਕੀਤਾ ਜਾ ਰਿਹਾ ਜੀਐਮਾਂ ਵੱਲੋਂ, ਤੇ ਜਿਹੜਾ ਸਵਾਈਨ ਬੋਰਡ ਆ ਉਹਨੂੰ ਵੀ ਜਿਹੜਾ ਇਹ ਭੰਗ ਕੀਤਾ ਜਾਣਾ ਚਾਹੀਦਾ ਆ। ਕਿਉਂਕਿ ਇਹ ਜਿਹੜੇ ਸਵਾਈਨ ਬੋਰਡ ਆ, ਕੋਈ ਵੀ ਜਿਹੜਾ ਵਾਲਮੀਕ ਤੀਰਥ ਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਤਾਂ ਸੰਤ ਸਮਾਜ ਜਿਹੜਾ ਇਹਦੀ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਦੇਖ ਰੇਖ ਕਰ ਸਕਦਾ ਹੈ। ਕਿਉਂਕਿ ਇਹ ਵਾਲਮੀਕ ਤੀਰਥ ਦਾ ਸਮੁੱਚੇ ਵਿਸ਼ਵ ਦਾ ਜਿਹੜਾ ਇਹ ਵਾਲਮੀਕ ਤੀਰਥ ਆ, ਤੇ ਉਹਨੂੰ ਜਿਹੜਾ ਇਹ ਇਗਨੋਰ ਕੀਤਾ ਜਾ ਰਿਹਾ।